जुग जुग अटल। लोक परलोक दे राखे। साहिब श्री गुरु ग्रंथ साहिब सच्चे पातशाह जी की पावन पवित्र हजूरी च जुड़ बैठी साध संगत जी, सब तो पहला फतेह प्रवान करो। वाहिगुरु जी का खालसा, वाहिगुरु जी की फतेह। अज असी श्री गुरु रविदास टैंपल रियो लिंडा सैक्रामेंटो दे इस स्थान के उत्ते हाजरियां भर रहे हैं। कुछ शब्द आप जी नाल साझे करने हैं, इतिहास के झरोखे चों, कुछ बाणी के झरोखे चों आप जी ने सुनने और समझने। जिस देश तो असी मूव करके आए हैं, भारत, ये कदे उन्हां दा देश सी जिन्हां नूं अज भी उस देश दे विच दबे कुचले दलित समाज कह के पुकारिया जाता है और तरसकारिया जाता है। मालक सी इस देश दे ते उस देश दीयां हद्दां अज भारत दीयां हद्दां नालों किते वड्डियां सी। अज दा अफगानिस्तान, अज दा पाकिस्तान, अज दा बर्मा, अज दा बांग्लादेश, नेपाल, भूटान, ये सब एक साझा मुल्क सी उन्हां लोकां दा जिन्हां नूं अज भी तिरस्कारिया जांदा है, फिटकारिया जांदा है। 5000 साल पहला फिर इस देश के उत्ते हमले होने शुरू हुए। आर्यनां ने हमले किए और इन्हां हमलों की तस्दीक भारत के इतिहासकार करते हैं। जवाहर लाल नेहरू नूं पढ़ीए, वो भी कहते कि रामायण का युद्ध बेसिकली आर्यनां दा द्रावड़ां दे उत्ते हमला सी और महाभारत आर्यनां दा आर्यां दे उत्ते हमला सी। हमले होए तो मालक जिहड़े सी वो गुलाम हो गए ते गुलामां दे उत्ते कई प्रकार दीयां पाबंदियां जिहड़ियां वो लगा दित्तियां गईयां। उन्हां दा नामकरण कर दिता गया ते नामकरण की कीता, जिहड़े गुलाम होए उन्हां दा नामकरण की कीता, उन्हां दा नामकरण कर दिता शूदर। और उन्हां दी उत्पत्ति जिहड़ी है वो पैरों तो होई जिहड़ी है वो लिख दिती गई, समझा दिती गई, जना दिती गई। सब नूं अधिकार, लेकिन ये जिहड़ी कैटेगरी है इनू कोई अधिकार नहीं। 4 वर्ण बने, ब्राह्मण, खत्री, वैश्य, शूदर। उपरोक्त तिन्हां दे अधिकार, लेकिन चौथे का कोई अधिकार नहीं। सिर्फ फर्ज ही फर्ज है, फर्ज ही फर्ज है जिसकी उसने सारी जिंदगी पूर्ति करनी, पूर्ति करते रहना। उसका परछावां भी माड़ा है, ਉਹਦਾ सब कुछ माड़ा है। वो शहरों के विच रहण दे योग नहीं, नगरों में रहण दे योग नहीं, बाहर कलोनियां दे विच रहे, बाहर बस्तियां दे विच रहे,
ਔਰ ਐਸਾ ਵੀ ਅਸੀਂ ਖੌਲਨਾਕ ਇਤਿਹਾਸ ਦਾ ਦੌਰ ਪੜ੍ਹਦੇ ਹਾਂ ਜਦੋਂ ਇਸ ਜਾਤੀ ਦੇ ਲੋਕਾਂ ਦੇ ਪਿੱਛੇ ਝਾੜੂ ਬੰਨੇ ਜਾਂਦੇ ਸੀ। ਅੱਜ ਤੁਸੀਂ ਖਬਰਾਂ ਪੜ੍ਹਦੇ ਹੋ ਨਾ, ਕਰਨਾਟਕ ਦੇ ਵਿੱਚ ਉਹ ਲੜਕੀ ਦੇ ਹਿਜਾਬ ਪਹਿਨਣ ਦੇ ਉੱਤੇ ਪਾਬੰਦੀ ਲਾਈ ਹੈ। ਇਸੇ ਕਰਨਾਟਕਾ ਸਟੇਟ ਦੇ ਅੰਦਰ ਸ਼ੂਦਰ ਕਹੀ ਜਾਣ ਵਾਲੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਨੰਗੀਆਂ ਰੱਖ ਕੇ ਚੱਲਣਾ ਪੈਂਦਾ ਸੀ, ਢੱਕਣ ਦਾ ਅਧਿਕਾਰ ਨਹੀਂ ਸੀ। ਜੇ ਕੋਈ ਢੱਕਦੀ ਸੀ ਤਾਂ ਉਸ ਦੀ ਛਾਤੀਆਂ ਕੱਟ ਦਿੱਤੀਆਂ ਜਾਂਦੀਆਂ ਸੀ। ਇਸ ਤਰ੍ਹਾਂ ਦੇ ਘਿਨਾਉਣੇ ਜ਼ੁਲਮ ਜਿਹੜੇ ਹੈ ਉਸ ਧਰਤੀ ਦੇ ਉੱਤੇ ਹੋਣੇ ਸ਼ੁਰੂ ਹੋਏ। ਪਹਿਲੀ ਰਿਲੀਫ ਜਿਹੜੀ ਇਸ ਕੈਟਾਗਰੀ ਨੂੰ ਮਿਲੀ ਉਹ ਮਹਾਤਮਾ ਬੁੱਧ ਜੀ ਦੇ ਪ੍ਰਕਾਸ਼ ਤੋਂ ਬਾਅਦ ਮਿਲੇ। ਪਹਿਲੀ ਰਿਲੀਫ ਮਿਲੀ ਜਦੋਂ ਉਹਨਾਂ ਨੇ ਸਮਾਨਤਾ ਦਾ ਬੋਲਾ ਜਿਹੜਾ ਸੀ, ਸਮਾਨਤਾ ਦੀ ਗੱਲ ਜਿਹੜੀ ਹੈ ਧਰਤੀ ਦੇ ਉੱਤੇ ਕੀਤੀ। ਇੱਕ ਸਮਾਂ ਐਸਾ ਆ ਗਿਆ ਜਦੋਂ ਖਾਸ ਤੌਰ ਦੇ ਉੱਤੇ ਜਿਹੜਾ ਉੱਤਰੀ ਭਾਰਤ ਹੈ ਇਹ ਸਾਰਾ ਦਾ ਸਾਰਾ ਜਿਹੜਾ ਸੀ ਬੁੱਧੰ ਸ਼ਰਣੰ ਗੱਛਾਮੀ ਦੀ ਧੁਨ ਦੇ ਨਾਲ ਗੂੰਜ ਉੱਠਿਆ। ਅੱਜ ਵੀ ਚੰਡੀਗੜ੍ਹ ਦੇ ਕੋਲ ਸਿੰਘੋਲ ਤੋਂ ਜਿਹੜੇ ਜ਼ਮੀਨ ਤੋਂ ਨਿਸ਼ਾਨ ਮਿਲੇ ਹੈ ਉਹ ਬਹੁਤ ਮੱਠਾਂ ਦੇ ਮਿਲੇ। ਲੇਕਿਨ ਛੇਤੀ ਹੀ ਬੁੱਧ ਧਰਮ ਜਿਹੜਾ ਹੈ ਉਹ ਭਾਰਤ ਦੇ ਵਿੱਚੋਂ ਬੜੀ ਚੁਸਤੀ ਦੇ ਨਾਲ, ਚਲਾਕੀ ਦੇ ਨਾਲ ਸਮਾਪਤ ਕਰ ਦਿੱਤਾ ਗਿਆ। ਅਸੀਂ ਸਾਰੇ ਜਾਣਦੇ ਹਾਂ, ਸਮਾਪਤ ਕਰ ਦਿੱਤਾ ਗਿਆ। ਔਰ ਜਦੋਂ ਸਮਾਪਤ ਕਰ ਦਿੱਤਾ ਗਿਆ, ਬੁੱਧ ਮਤ ਭਾਰਤ ਦੀ ਧਰਤੀ ਤੋਂ ਅਲੋਪ ਹੋ ਗਿਆ, ਤਾਂ ਫਿਰ ਇਹ ਜਿਹੜੀ ਕੈਟਾਗਰੀ ਬਣਾਈ ਸੀ ਉੱਚ ਜਾਤੀ ਦੇ ਲੋਕਾਂ ਨੇ, ਸ਼ੂਦਰ ਦੀ, ਇਹਨੂੰ ਜ਼ੁਲਮੋ ਸਿਤਮ ਜਿਹੜੇ ਆ ਉਹ ਸਹਿਣੇ ਪਏ। ਨਗਰਾਂ ਤੋਂ ਬਾਹਰ ਇਹਨਾਂ ਨੂੰ ਕੱਢ ਦਿੱਤਾ ਗਿਆ। ਧਾਰਮਿਕ ਵਿੱਦਿਆ ਗ੍ਰਹਿਣ ਕਰਨ 'ਤੇ ਰੋਕ ਲਾ ਦਿੱਤੀ ਗਈ। ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਉਹ ਫਿਰ ਜਿਹੜੀਆਂ ਸੀ ਲਗਾ ਦਿੱਤੀਆਂ ਗਈਆਂ। ਔਰ ਪੂਰਾ ਮੁਲਕ ਜਿਹੜਾ ਸੀ ਉਹ ਜ਼ਰਜ਼ਰਾ ਕਰ ਦਿੱਤਾ ਗਿਆ, ਕਮਜ਼ੋਰ ਕਰ ਦਿੱਤਾ ਗਿਆ। ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਖਾਸ ਵਰਗ ਨੂੰ ਨਿਸ਼ਾਨਾ ਬਣਾ ਕੇ ਤਪਾਇਆ ਜਾਂਦਾ ਹੈ, ਸਤਾਇਆ ਜਾਂਦਾ ਹੈ, ਤਾਂ ਉਹ ਮੁਲਕ ਕਮਜ਼ੋਰ ਹੁੰਦਾ ਹੈ, ਚਾਹੇ ਉਹ ਕੋਈ ਵੀ ਹੋਵੇ। ਜਦੋਂ ਪੱਖਪਾਤ ਹੋਣਾ ਸ਼ੁਰੂ ਜਾਏ ਕਿਸੇ ਇੱਕ ਖਾਸ ਮਜ਼ਹਬ ਦੇ ਲੋਕਾਂ ਨਾਲ, ਇੱਕ ਖਾਸ ਜਾਤੀ ਦੇ ਲੋਕਾਂ ਦੇ ਨਾਲ, ਜਦੋਂ ਉਹਨਾਂ ਨੂੰ ਕੁੱਟਿਆ ਜਾਏ, ਮਾਰਿਆ ਜਾਏ, ਉਹਨਾਂ ਦੇ ਅਧਿਕਾਰ ਖੋਏ ਜਾਣ, ਤੇ ਉਹ ਦੇਸ਼ ਜ਼ਰਜ਼ਰਾ ਹੁੰਦਾ ਹੈ, ਉਹ ਦੇਸ਼ ਕਮਜ਼ੋਰ ਹੁੰਦਾ ਹੈ। ਔਰ ਇੰਨਾ ਕਮਜ਼ੋਰ ਹੋ ਗਿਆ ਦੇਸ਼ ਕਿ ਇੱਕ 17 ਸਾਲ ਦਾ ਨੌਜਵਾਨ ਸਾਥੀਆਂ ਨਾਲ ਖੇਡਦਾ ਔਰ ਖੇਡਦਾ ਖੇਡਦਾ ਆਪਣੇ ਸਾਥੀਆਂ ਨੂੰ ਕਹਿੰਦਾ ਹੈ, 17 ਸਾਲ ਦਾ ਅਰਬਾਂ ਦਾ ਇੱਕ ਨੌਜਵਾਨ ਆਪਣੇ ਸਾਥੀਆਂ ਨਾਲ ਖੇਡਦਾ ਹੈ, ਸਾਥੀਆਂ ਨਾਲ ਖੇਡਦਾ ਖੇਡਦਾ ਕਹਿੰਦਾ ਹੈ ਕਿ ਹਿੰਦੁਸਤਾਨ ਨੂੰ ਲੁੱਟਣ ਨਾ ਚੱਲੀਏ। ਉਹ ਕਹਿੰਦੇ ਐਂ ਕਿਵੇਂ ਲੁੱਟ ਲਿਆਵਾਂਗੇ, ਆਪਾਂ ਨੂੰ ਕੋਈ ਮੁਕਾਬਲਾ ਨਾ ਕਰੋ। ਕਹਿੰਦੇ ਨਹੀਂ, ਉੱਥੇ ਲੋਕ ਇਕੱਠੇ ਨਹੀਂ ਹੈ, ਇੱਕ ਛੋਟਾ ਜਿਹਾ ਸਮੂਹ ਹੀ ਹੈ ਜਿਹੜਾ ਲੜਦਾ ਹੈ, ਬਾਕੀ ਸਾਰੇ ਲੋਕ ਨਹੀਂ ਲੜਦੇ ਹੈ। ਉਹ ਆਇਆ 712 ਈਸਵੀ ਦੇ ਵਿੱਚ, ਮੁਹੰਮਦ ਬਿਨ ਕਾਸਮ, ਔਰ ਉਸ ਨੇ ਸਿੰਧ ਦੇ ਰਾਜੇ ਦਾਹਰ ਨੂੰ ਹਰਾ ਕੇ ਭਾਰਤ ਦੀ ਧਰਤੀ ਤੋਂ ਖੂਬ ਸੋਨਾ, ਚਾਂਦੀ, ਧਨ, ਦੌਲਤ, ਇੱਥੋਂ ਤੱਕ ਕਿ ਇਸਤਰੀਆਂ ਵੀ ਜਿਹੜੀਆਂ ਉਹ ਲੁੱਟੀਆਂ। ਕਮਜ਼ੋਰ ਸੀ ਨਾ। ਫਿਰ 1000 ਤੋਂ ਲੈ ਕੇ 1026 ਤੱਕ ਭਾਰਤ ਦੇ ਉੱਤੇ ਮੁਹੰਮਦ ਗਜ਼ਨਵੀ ਨੇ ਹਮਲੇ ਕੀਤੇ। 17 ਹਮਲੇ ਕੀਤੇ ਗਜ਼ਨਵੀ ਨੇ। 1000 ਤੋਂ ਲੈ ਕੇ 1026 ਦੇ ਦਰਮਿਆਨ, ਯਾਨੀ 26 ਸਾਲਾਂ ਦੇ ਵਿੱਚ ਉਹਨੇ 17 ਹਮਲੇ ਕੀਤੇ। ਬੜੀ ਦਿਲਚਸਪ ਗਾਥਾ ਹੈ। ਕਹਿੰਦੇ ਜਦੋਂ ਉਹ ਹਮਲਾ ਕਰਨ ਵਾਸਤੇ ਦਾਖਲ ਹੋਇਆ ਨਾ ਭਾਰਤ 'ਚ,
ਇੱਕ ਕਿਸਾਨ ਹਲ ਵਾਹ ਰਿਹਾ ਸੀ ਬੜੀ ਮਸਤੀ ਨਾਲ ਔਰ ਗਾਣੇ ਗਾ ਰਿਹਾ ਸੀ। ਉਹਨੇ ਆਪਣੇ ਸੈਨਿਕਾਂ ਨੂੰ ਕਿਹਾ, ਉਹ ਕਿਸਾਨ ਨੂੰ ਬੁਲਾਓ, ਜ਼ਿਮੀਂਦਾਰ ਨੂੰ ਬੁਲਾਓ। ਜ਼ਿਮੀਂਦਾਰ ਨੂੰ ਬੁਲਾਇਆ, ਕਹਿਣ ਲੱਗੇ, ਓਏ ਅਸੀਂ ਤੁਹਾਡੇ ਮੁਲਕ ਦੇ ਉੱਤੇ ਹਮਲਾ ਕੀਤਾ। ਉਹ ਕਹਿੰਦਾ ਫੇਰ? ਕਹਿੰਦੇ ਤੁਹਾਨੂੰ ਡਰ ਨਹੀਂ ਹੈ? ਤੁਸੀਂ ਮੇਰੇ ਹਮਲੇ ਨੂੰ ਰੋਕਦੇ ਨਹੀਂ ਹੋ, ਮੇਰਾ ਮੁਕਾਬਲਾ ਨਹੀਂ ਕਰਦੇ? ਉਹ ਕਹਿਣ ਲੱਗਿਆ, ਜੀ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਤੁਹਾਨੂੰ ਲੜਨ ਦਾ ਅਧਿਕਾਰ ਨਹੀਂ ਹੈ? ਕਹਿੰਦੇ ਨਾ ਜੀ, ਅਸੀਂ ਤਲਵਾਰ ਚੁੱਕਣ ਦਾ ਅਧਿਕਾਰ ਨਹੀਂ ਰੱਖਦੇ। ਉਹ ਕਹਿੰਦੇ ਕੌਣ ਹੈ ਜਿਹਨੇ ਤੁਹਾਨੂੰ ਇਸ ਅਧਿਕਾਰ ਤੋਂ ਵੰਚਿਤ ਕੀਤਾ? ਜਿਹੜੇ ਤੁਹਾਡਾ ਇਹ ਅਧਿਕਾਰ ਖੋਇਆ ਕੌਣ ਹੈ? ਕਹਿੰਦੇ ਜੀ ਬ੍ਰਾਹਮਣ। ਉਹਨੇ ਇਹ ਅਧਿਕਾਰ ਖੱਤਰੀਆਂ ਨੂੰ ਦਿੱਤਾ, ਸਾਨੂੰ ਨਹੀਂ ਦਿੱਤਾ, ਅਸੀਂ ਨਹੀਂ ਲੜਨਾ। ਮਸਤੀ ਨਾਲ ਆਪਣਾ ਹਲ ਵਾਹੁਣ ਲੱਗ ਗਿਆ। ਉਹ ਥੋੜ੍ਹੀ ਦੂਰ ਗਿਆ, ਇੱਕ ਮਾਸ਼ਕੀ ਪਾਣੀ ਭਰਨ ਵਾਲਾ, ਉਹ ਪਾਣੀ ਦੀ ਮਸ਼ਕ ਚੁੱਕੀ ਆ ਰਿਹਾ ਸੀ, ਔਰ ਉਹਨੇ ਵੀ ਜਿਹੜਾ ਕੋਈ ਗੌਰ ਨਹੀਂ ਕੀਤੀ ਕਿ ਗਜ਼ਨਵੀ ਦੀਆਂ ਫੌਜਾਂ ਜਾ ਰਹੀਆਂ, ਉਹ ਆਪਣਾ ਮਸਤੀ 'ਚ ਜਾ ਰਿਹਾ ਸੀ। ਉਹ ਫਿਰ ਹੈਰਾਨ ਹੋਇਆ, ਉਹਨੇ ਫਿਰ ਮਾਸ਼ਕੀ ਨੂੰ ਬੁਲਾਇਆ, ਕਹਿੰਦਾ ਓਏ ਤੁਹਾਡੇ ਮੁਲਕ 'ਤੇ ਅਸੀਂ ਹਮਲਾ ਕੀਤਾ ਹੈ, ਤੁਸੀਂ ਕੋਈ ਰੋਕ ਨਹੀਂ ਰਹੇ ਸਾਨੂੰ ਇਕੱਠੇ ਹੋ ਕੇ? ਉਹ ਵੀ ਕਹਿੰਦਾ ਜੀ ਸਾਨੂੰ ਅਧਿਕਾਰ ਨਹੀਂ, ਸਾਨੂੰ ਤਲਵਾਰ ਚੁੱਕਣ ਦਾ ਅਧਿਕਾਰ ਨਹੀਂ। ਕਹਿੰਦਾ ਕੌਣ ਹੈ ਜਿਹਨੇ ਤੁਹਾਨੂੰ ਅਧਿਕਾਰ ਨਹੀਂ ਦਿੱਤਾ? ਕਹਿੰਦਾ ਜੀ ਬ੍ਰਾਹਮਣ। ਉਹਨੇ ਅਧਿਕਾਰ ਖੱਤਰੀਆਂ ਨੂੰ ਦਿੱਤਾ, ਖੱਤਰੀ ਲੜਨਗੇ, ਅਤੇ ਜਿਨ੍ਹਾਂ ਨੂੰ ਅਧਿਕਾਰ ਦਿੱਤਾ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਹੀ ਨਹੀਂ ਕੀਤੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ, ਖੱਤਰੀਆ ਤਾਂ ਧਰਮ ਛੋੜਿਆ। ਇਹ ਖੱਤਰੀਆ ਤੂੰ ਆਪਣਾ ਧਰਮ ਛੱਡ ਦਿੱਤਾ ਸੀ, ਇਸੇ ਕਾਰਨ ਹਿੰਦੁਸਤਾਨ ਨੂੰ ਗੁਲਾਮੀ ਸਹਿਣੀ ਪਈ ਸੀ। ਜੇ ਤੂੰ ਆਪਣਾ ਧਰਮ ਨਿਭਾਇਆ ਹੁੰਦਾ, ਕਿਉਂਕਿ ਤੇਰਾ ਫਰਜ਼ ਬ੍ਰਾਹਮਣ ਨੇ ਆਇਦ ਕੀਤਾ ਸੀ ਕਿ ਤੂੰ ਲੜਨਾ ਹੈ, ਪਰ ਤੂੰ ਆਪਣਾ ਧਰਮ ਨਹੀਂ ਨਿਭਾਇਆ, ਜਿਸ ਕਾਰਨ ਇਸ ਦੇਸ਼ ਨੂੰ ਗੁਲਾਮੀ ਸਹਿਣੀ ਪਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ, ਖੱਤਰੀਆ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਏ। ਜਿਨ੍ਹਾਂ ਲੋਕਾਂ ਤੋਂ ਤੂੰ ਨਫ਼ਰਤ ਕਰਦਾ ਸੀ, ਜਿਨ੍ਹਾਂ ਦੇ ਨਾਲ ਖਾਣਾ ਨਫ਼ਰਤ ਕਰਦਾ ਸੀ, ਜਿਨ੍ਹਾਂ ਤੋਂ ਪਹਿਨਣ ਤੋਂ ਨਫ਼ਰਤ ਕਰਦਾ ਸੀ, ਤੂੰ ਉਹਨਾਂ ਦੀ ਜ਼ੁਬਾਨ ਬੋਲਣ ਲੱਗ ਪਿਆ। ਨਫ਼ਰਤ ਕਿਤੋਂ ਕਰਦਾ ਸੀ? ਨਫ਼ਰਤ ਕਰਦਾ ਸੀ ਪੱਛਮ ਤੋਂ ਆਉਣ ਵਾਲੇ ਤੁਰਕਾਂ, ਮੁਗਲਾਂ ਤੋਂ। ਉਹਨਾਂ ਨੂੰ ਮਲੇਸ਼ ਕਹਿੰਦਾ ਸੀ, ਅਤੇ ਉਸੇ ਮਲੇਸ਼ ਦੀ ਜ਼ੁਬਾਨ ਨੂੰ ਤੂੰ ਬੋਲਣ ਦੇ ਵਿੱਚ ਹੁਣ ਫਖਰ ਮਹਿਸੂਸ ਕਰਦਾ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ ਪਿਆ, ਜਿਸ ਨੂੰ ਤੂੰ ਮਲੇਸ਼ ਕਹਿੰਦਾ ਸੀ, ਉਸ ਮਲੇਸ਼ ਦੀ ਜ਼ੁਬਾਨ ਨੂੰ ਬੋਲਣ 'ਚ ਤੂੰ ਫਖਰ ਮਹਿਸੂਸ ਕਰਦਾ ਪਿਆ। ਤੂੰ ਆਪਣਾ ਮਜ਼ਹਬ ਛੱਡ ਦਿੱਤਾ, ਧਰਮ ਛੱਡ ਦਿੱਤਾ, ਜਿਹਦਾ ਖਮਿਆਜ਼ਾ ਜਿਹੜਾ ਹੈ ਇਹਨਾਂ ਲੋਕਾਂ ਨੂੰ ਉਠਾਉਣਾ ਪੈ ਰਿਹਾ, ਜਿਹੜੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ। ਫਿਰ ਇੱਕ ਧਾਰਾ ਉੱਠੀ, ਇੱਕ ਯੁੱਗ ਜਿਹੜਾ ਸੀ ਉਹ ਆਰੰਭ ਹੋਇਆ, ਜਿਹਨੂੰ ਅਸੀਂ ਭਗਤੀ ਯੁੱਗ ਕਹਿੰਦੇ ਹਾਂ, ਭਗਤੀ ਕਾਲ। ਉਸ ਭਗਤੀ ਕਾਲ ਦੇ ਵਿੱਚ ਬਹੁਤ ਸਾਰੇ ਮਹਾਂਪੁਰਖ ਜਿਹੜੇ ਸੀ ਉਹ ਪੈਦਾ ਹੋਏ, ਔਰ ਉਹ ਮਹਾਂਪੁਰਖ ਜਿਹੜੇ ਪੈਦਾ ਹੋਏ, ਉਹਨਾਂ ਵਿੱਚੋਂ ਜ਼ਿਆਦਾਤਰ ਮਹਾਂਪੁਰਖ ਉਸ ਸਮਾਜ ਦੇ ਵਿੱਚੋਂ ਪੈਦਾ ਹੋਏ ਜਿਨ੍ਹਾਂ ਨੂੰ ਦਬਾ ਕੁਚਲਾ ਕਹਿ ਕੇ ਜਿਹੜਾ ਸੀ ਉਹ ਤਿਰਸਕਾਰਿਆ ਸੀ। ਮਹਾਂਪੁਰਖ ਬਾਬਾ ਕਬੀਰ ਸਾਹਿਬ ਜੀ ਭਗਤੀ ਕਰਨੀ ਸ਼ੁਰੂ ਕਰਤੀ। ਹੁਣ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ। ਸਵਾਲ ਕਿਹਨੂੰ ਕਰਨੇ ਸ਼ੁਰੂ ਕਰਤੇ? ਬ੍ਰਾਹਮਣ ਨੂੰ ਸਵਾਲ ਕਰਨੇ ਸ਼ੁਰੂ ਕਰਤੇ ਕਿ ਤੂੰ ਕਹਿੰਦਾ ਸੀ ਕਿ ਕੋਈ ਵੀ ਸ਼ੂਦਰ ਭਗਤੀ ਨਹੀਂ ਕਰ ਸਕਦਾ, ਇਹ ਬਾਬਾ ਕਬੀਰ ਸਾਹਿਬ ਭਗਤੀ ਕਿਵੇਂ ਕਰ ਰਹੇ ਨੇ? ਇੱਕ ਸਟੋਰੀ ਘੜੀ ਗਈ। ਕਹਿੰਦੇ ਨਹੀਂ, ਇਹ ਅਸਲ ਦੇ ਵਿੱਚ ਇਹ ਤਾਂ ਬ੍ਰਾਹਮਣ ਦੇ ਹੀ ਪੁੱਤਰ ਸੀ, ਇਹ ਗਵਾਚ ਗਏ ਸੀ ਮੇਲੇ 'ਚ, ਇਹਨੂੰ ਤਾਂ ਨੀਰੂ ਨਾਮਕ ਜੁਲਾਹੇ ਨੇ ਪਾਲਿਆ ਸੀ। ਬੇਸਿਕਲੀ ਇਹ ਬ੍ਰਾਹਮਣ ਹੀ ਹੈ। ਇਹ ਸਾਖੀ ਘੜੀ ਗਈ। ਫਿਰ ਉਸੇ ਬਨਾਰਸ ਦੀ ਧਰਤੀ ਦੇ ਉੱਤੇ ਮਹਾਂਪੁਰਖ ਬਾਬਾ ਰਵਿਦਾਸ ਜੀ, ਉਹਨਾਂ ਨੇ ਫਿਰ ਸਵਾਲ ਕਰਨੇ ਸ਼ੁਰੂ ਕੀਤੇ ਵੀ ਹੁਣ ਇਹ ਭਗਤੀ ਕਰ ਰਹੇ ਨੇ, ਕਹਿੰਦੇ ਇਹ ਵੀ ਬ੍ਰਾਹਮਣ ਹੀ ਹੈ, ਇਹ ਬ੍ਰਾਹਮਣ ਕਿਵੇਂ? ਫਿਰ ਇੱਕ ਸਾਖੀ ਘੜ ਲਈ ਗਈ। ਕਹਿੰਦੇ ਜੀ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਵਾਰੀ ਭਿੱਖਿਆ ਲੈਣ ਵਾਸਤੇ ਭੇਜਿਆ, ਅਤੇ ਇਹਨਾਂ ਨੇ ਸ਼ੂਦਰ ਦੇ ਘਰ ਦੀ ਭਿੱਖਿਆ ਲਿਆ ਕੇ ਆਪਣੇ ਗੁਰੂ ਨੂੰ ਖਵਾ ਦਿੱਤੀ। ਉਹਨੇ ਸ਼ਰਾਪ ਦੇ ਦਿੱਤਾ ਕਿ ਤੂੰ ਅਗਲਾ ਜਨਮ ਜਿਹੜਾ ਸ਼ੂਦਰ ਦੇ ਘਰ ਦੇ ਵਿੱਚ ਲਏਗਾ। ਬੇਸਿਕਲੀ ਇਹ ਬ੍ਰਾਹਮਣ ਹੈ,
ਔਰ ਤਸਵੀਰਾਂ ਵੀ ਜਿਹੜੀਆਂ ਬਣਾ ਦਿੱਤੀਆਂ ਗਈਆਂ। ਜਿਹੜੇ ਬਜ਼ੁਰਗ ਬੈਠੇ ਇਹਨਾਂ ਨੇ ਦੇਖੀਆਂ ਹੋਣੀਆਂ। ਕੈਲੰਡਰ ਸਾਡੇ ਘਰਾਂ ਦੇ ਵਿੱਚ ਟੰਗੇ ਹੁੰਦੇ ਸੀ, ਜਿਹਦੇ ਵਿੱਚ ਮਹਾਂਪੁਰਖ ਬਾਬਾ ਰਵਿਦਾਸ ਜੀ ਦੀ ਫੋਟੋ ਹੁੰਦੀ ਸੀ, ਉਹਨਾਂ ਦੇ ਜਨੇਊ ਪਾਇਆ ਹੁੰਦਾ ਸੀ, ਛਾਤੀ ਚੀਰੀ ਹੁੰਦੀ ਸੀ, ਔਰ ਛਾਤੀ ਦੇ ਅੰਦਰ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਹੁੰਦੀ ਸੀ, ਤਸਵੀਰ ਹੁੰਦੀ ਸੀ। ਪੁਰਾਣੇ ਬਜ਼ੁਰਗਾਂ ਨੇ ਦੇਖੀਆਂ ਹੋਣੀਆਂ। ਭਾਰਤ ਦੇ ਵਿੱਚ ਤਸਵੀਰਾਂ ਬਹੁਤ ਪ੍ਰਚਲਿਤ ਹੁੰਦੀਆਂ ਸੀ, ਲੱਗੀਆਂ ਹੁੰਦੀਆਂ ਸੀ ਕੰਧਾਂ ਦੇ ਉੱਤੇ। ਇਹ ਸਾਖੀਆਂ ਘੜੀਆਂ ਗਈਆਂ ਇਸ ਗੱਲ ਨੂੰ ਝੁਠਲਾਉਣ ਲਈ, ਇਸ ਗੱਲ ਨੂੰ ਝੁਠਲਾਉਣ ਵਾਸਤੇ ਕਿ ਇਸ ਸਮਾਜ ਦੇ ਵਿੱਚੋਂ ਵੀ ਕੋਈ ਭਗਤੀ ਕਰ ਸਕਦਾ ਹੈ। ਨਹੀਂ ਕਰ ਸਕਦਾ ਕਹਿੰਦੇ। ਤੇ ਇੱਕ ਧਾਰਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਉੱਠੀ ਭਗਤੀ ਦੀ, ਤਾਂ ਉਸ ਧਾਰਾ ਨੇ ਤੁਰ ਫਿਰ ਕੇ ਜਿਹੜੀਆਂ ਜਿੱਥੇ ਜਿੱਥੇ ਧਾਰਾਵਾਂ ਪੈਦਾ ਹੋਈਆਂ ਸੀ ਉਹਨਾਂ ਨੂੰ ਇਕੱਠਾ ਕਰ ਲਿਆ, ਤਾਂ ਕਿ ਇੱਕ ਮਜ਼ਬੂਤ ਧਾਰਾ ਜਿਹੜੀ ਹੈ ਉਹ ਬਣਾਈ ਜਾ ਸਕੇ ਮੁਕਾਬਲਾ ਕਰਨ ਵਾਸਤੇ ਜ਼ਬਰ ਜ਼ੁਲਮ ਦਾ। ਔਰ ਉਸ ਧਾਰਾ ਨੂੰ ਮਜ਼ਬੂਤੀ ਕਦੋਂ ਮਿਲੀ? ਸਾਰੀਆਂ ਧਾਰਾਵਾਂ ਜਿਹੜੀਆਂ ਸੀ ਉਹ ਕਦੋਂ ਇਕੱਠੀਆਂ ਹੋ ਗਈਆਂ? ਉਹ ਇਕੱਠੀਆਂ ਹੋ ਗਈਆਂ 1606 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਔਰ ਉਹਦੇ ਵਿੱਚ 15 ਭਗਤਾਂ ਦੀ ਬਾਣੀ ਨੂੰ ਜਿਹੜਾ ਸੀ ਉਹ ਸ਼ਾਮਲ ਕਰ ਦਿੱਤਾ। ਯਾਨੀ ਗੁਰੂ ਸਾਹਿਬ ਨੇ ਦੇਖਿਆ ਵੀ ਇਹ ਸਮਾਜ ਇਸ ਕਰਕੇ ਕੁੱਟਿਆ ਜਾ ਰਿਹਾ ਹੈ, ਇਸ ਕਰਕੇ ਇਹ ਲੁੱਟਿਆ ਜਾ ਰਿਹਾ ਕਿਉਂਕਿ ਇਹ ਅਲੱਗ ਅਲੱਗ ਹੈ, ਤੀਲਾ ਤੀਲਾ ਹੈ। ਅਗਰ ਇਸ ਤੀਲਾ ਤੀਲਾ ਸਮਾਜ ਨੂੰ ਇੱਕ ਇਕੱਠਾ ਕਰ ਦਿੱਤਾ ਜਾਏ ਤਾਂ ਇਹਨੂੰ ਕੋਈ ਤੋੜ ਨਹੀਂ ਸਕੇਗਾ, ਇਹਨੂੰ ਕੋਈ ਭੰਨ ਨਹੀਂ ਸਕੇਗਾ, ਇਹਨੂੰ ਕੋਈ ਰੋਲ ਨਹੀਂ ਸਕੇਗਾ, ਇਹਨੂੰ ਕੋਈ ਬਰਬਾਦ ਨਹੀਂ ਕਰ ਸਕੇਗਾ। ਔਰ ਐਸਾ ਹੀ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਮਹਾਂਪੁਰਖਾਂ ਨੂੰ, ਭਗਤੀ ਕਾਲ ਦੇ ਮਹਾਂਪੁਰਖਾਂ ਨੂੰ ਸਰਵ ਸ੍ਰੇਸ਼ਟ ਸਥਾਨ ਦਿੱਤਾ। ਉਹਨਾਂ ਮਹਾਂਪੁਰਖਾਂ ਨੂੰ ਸਰਵ ਸ੍ਰੇਸ਼ਟ ਸਥਾਨ ਦਿੱਤਾ ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਉੱਚ ਜਾਤੀਏ ਜਿਹੜੇ ਹੈ ਉਹ ਕੰਨੀ ਕਤਰਾਉਂਦੇ ਸੀ। ਤੇ ਫਿਰ ਜਿਵੇਂ ਦੱਸਿਆ ਸਟੇਟ ਸੈਕਟਰੀ ਸਾਹਿਬ ਨੇ ਕਿ ਮੇਰੀ ਪੀੜ੍ਹੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਫੌਜ ਰੱਖਣੀ ਸ਼ੁਰੂ ਕੀਤੀ, ਤਾਂ ਉਸ ਫੌਜ ਦੇ ਵਿੱਚ ਵੱਡਾ ਹਿੱਸਾ ਜਿਹੜਾ ਸੀ ਉਸ ਜਮਾਤ ਦਾ ਸੀ ਜਿਸ ਨੂੰ ਦਬੀ ਕੁਚਲੀ ਜਮਾਤ ਕਿਹਾ ਜਾਂਦਾ ਸੀ। ਇਤਿਹਾਸ ਪੜ੍ਹ ਕੇ ਦੇਖੀਏ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ, 14 ਯੁੱਧ ਲੜੇ, ਤਾਂ ਉਹਨਾਂ ਯੁੱਧਾਂ ਦੇ ਵਿੱਚ, ਜੰਗਾਂ ਦੇ ਵਿੱਚ ਵੀ ਵੱਡਾ ਹਿੱਸਾ ਜਿਹੜਾ ਸੀ ਉਸ ਸਮਾਜ ਦਾ ਸੀ ਜਿਸ ਨੂੰ ਤਿਰਸਕਾਰਿਆ ਜਾਂਦਾ ਸੀ। ਕਿਸੇ ਨੂੰ ਜੱਟ ਬੂਟ ਕਿਹਾ ਜਾਂਦਾ ਸੀ, ਕਿਸੇ ਨੂੰ ਕੁਝ ਕਿਹਾ ਜਾਂਦਾ ਸੀ, ਕਿਸੇ ਨੂੰ ਕੁਝ ਕਿਹਾ ਜਾਂਦਾ ਸੀ। ਪਹਾੜੀ ਰਾਜੇ ਅੰਮ੍ਰਿਤ ਛਕਣ ਵਾਸਤੇ ਆਏ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਮੁਗਲਾਂ ਦੀ ਗੁਲਾਮੀ ਕਰਦੇ ਹੋ, ਆਪਣੇ ਹੀ ਭਾਈਆਂ ਦੇ ਉੱਤੇ ਜ਼ੁਲਮ ਜਿਹੜਾ ਹੈ ਉਹ ਤੁਸੀਂ ਅੱਖੀ ਹੁੰਦਾ ਦੇਖਦੇ ਹੋ, ਤੁਸੀਂ ਕਿਉਂ ਨਹੀਂ ਇਕੱਠੇ ਹੋ ਕੇ ਇਸ ਹਕੂਮਤ ਦਾ ਮੁਕਾਬਲਾ ਕਰਦੇ? ਕਹਿੰਦੇ ਠੀਕ ਹੈ ਜੀ, ਅਸੀਂ ਵੀ ਤੁਹਾਡੀ ਸ਼ਰਨ ਵਿੱਚ ਆਉਣ ਵਾਸਤੇ ਤਿਆਰ ਹੈ। ਅਨੰਦਪੁਰ ਸਾਹਿਬ ਆਏ। ਜਦੋਂ ਉਹਨਾਂ ਨੇ ਦੇਖਿਆ ਨਾ ਕਿ ਇੱਕੋ ਬਾਟੇ ਦੇ ਵਿੱਚ ਸਾਰੇ ਅੰਮ੍ਰਿਤ ਜਿਹੜਾ ਉਹ ਛਕ ਰਹੇ ਹੈ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਜੀ ਸਾਡੀ ਇੱਕ ਸ਼ਰਤ ਹੈ। ਕਹਿੰਦੇ ਦੱਸੋ ਕੀ ਹੈ? ਕਹਿੰਦੇ ਜੀ ਅਸੀਂ ਅੰਮ੍ਰਿਤ ਤਾਂ ਛਕ ਲਾਂਗੇ ਲੇਕਿਨ ਸਾਨੂੰ ਵੱਖਰਾ ਜਿਹੜਾ ਹੈ ਉਹ ਅੰਮ੍ਰਿਤ ਛਕਾਇਆ ਜਾਏ। ਅਸੀਂ ਇਹਨਾਂ ਦਬੇ ਕੁਚਲੇ ਲੋਕਾਂ ਦੇ ਨਾਲ ਬੈਠ ਕੇ ਜਿਹੜਾ ਹੈ ਉਹ ਅੰਮ੍ਰਿਤ ਨਹੀਂ ਛਕ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਉਹ ਜਾਂਦਾ ਤੁਹਾਡਾ ਰਸਤਾ, ਸਾਨੂੰ ਤੁਹਾਡਾ ਸਾਥ ਜਿਹੜਾ ਹੈ ਉਹ ਮਨਜ਼ੂਰ ਨਹੀਂ ਹੈ। ਜੇ ਤੁਹਾਨੂੰ ਰਾਜ ਭਾਗ ਦਾ ਅਭਿਮਾਨ ਹੈ ਤਾਂ ਇੱਕ ਗੱਲ ਚੇਤੇ ਰੱਖਿਓ, ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਮੈਂ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿਆਂਗਾ, ਯਾਦ ਕਰੇ ਹਮਰੀ ਗੁਰਿਆਈ। ਇਹ ਯਾਦ ਰੱਖਣਗੇ, ਇਹਨਾਂ ਨੂੰ ਦਿਆਂਗਾ ਬਾਦਸ਼ਾਹਤ, ਇਹਨਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਅੱਜ ਦੱਬੇ ਕੁਚਲੇ ਦੱਸ ਰਹੇ ਹੋ ਨਾ, ਵੀ ਇਹ ਤਾਂ ਜੁੱਤੀਆਂ ਗੰਢਣ ਵਾਲੇ, ਕੱਪੜੇ ਸਿਉਣ ਵਾਲੇ,
ਭਾਂਡੇ ਮਿੱਟੀ ਦੇ ਬਣਾਉਣ ਵਾਲੇ, ਲੋਹੇ ਦੇ ਭਾਂਡੇ ਘੜਨ ਵਾਲੇ, ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ, ਇਹਨਾਂ ਨੂੰ ਬਾਦਸ਼ਾਹ ਬਣਾਵਾਂਗਾ, ਇਹਨਾਂ ਨੂੰ ਰਾਜੇ ਬਣਾਵਾਂਗਾ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਏ ਵੀ। ਤੇ ਜੇ ਅਸੀਂ ਅੱਜ ਦਾ ਦੌਰ ਦੇਖੀਏ ਤਾਂ ਅੱਜ ਦੇ ਦੌਰ ਦੇ ਵਿੱਚ ਵੀ ਉਹ ਜਿਹੜੀ ਸੋਚ ਹੈ, ਜਿਹੜੀ 5000 ਸਾਲ ਪਹਿਲਾਂ ਸੋਚ ਭਾਰਤ ਦੀ ਧਰਤੀ ਦੇ ਉੱਤੇ ਆਈ, ਜਿਸ ਨੇ ਵਰਨ ਵਿਵਸਥਾ ਨੂੰ ਬਣਾਇਆ, ਕਾਇਮ ਕੀਤਾ, ਜਿਸ ਨੇ ਨਿਯਮ ਉਪਨਿਯਮ ਜਿਹੜੇ ਆ ਬਣਾਏ ਮਨੂ ਸਿਮਰਤੀ ਦੇ ਰਾਹੀਂ, ਜਿਨ੍ਹਾਂ ਨੂੰ ਲਾਗੂ ਕੀਤਾ, ਉਹ ਸੋਚ ਮਰ ਥੋੜ੍ਹੀ ਗਈ ਹੈ। ਅੱਜ ਵੀ ਉਹ ਸੋਚ ਭਾਰਤ ਦੇ ਅੰਦਰ ਮੌਜੂਦ ਹੈ। ਅੱਜ ਵੀ ਉਹ ਸੋਚ ਜਿਹੜੀ ਹੈ ਭਾਰਤ ਦੇ ਅੰਦਰ ਮੌਜੂਦ ਹੈ। ਅੱਜ ਵੀ ਉਹ ਸੋਚ ਜਿਹੜੀ ਹੈ ਇਹੋ ਚਾਹੁੰਦੀ ਹੈ ਕਿ ਇਹ ਜਿਹੜੇ ਜਿਨ੍ਹਾਂ ਨੂੰ ਅਸੀਂ ਦੱਬਿਆ, ਕੁਚਲਿਆ, ਮਾਰਿਆ, ਕੁੱਟਿਆ, ਇਹ ਵਿਕਸਿਤ ਨਾ ਹੋਣ, ਇਹ ਵਿਕਸਿਤ ਨਾ ਹੋਣ, ਇਹ ਪ੍ਰਫੁੱਲਤ ਨਾ ਹੋਣ। ਇਹਨਾਂ ਨੂੰ ਵਿਕਸਿਤ ਹੋਣ ਤੋਂ, ਇਹਨਾਂ ਨੂੰ ਪ੍ਰਫੁੱਲਤ ਹੋਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ? ਇੱਕੋ ਸੂਰਤ ਦੇ ਵਿੱਚ ਰੋਕਿਆ ਜਾ ਸਕਦਾ ਹੈ ਜੇ ਇਹਨਾਂ ਨੂੰ ਅਲੱਗ 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 ਕੀਤਾ ਜਾਏ। ਗੁਰਬਾਣੀ ਦੇ ਵਿੱਚ ਇਹਨਾਂ ਤੀਲੇ ਤੀਲਾ ਹੋਏ ਸਮਾਜਾਂ ਨੂੰ ਇਕੱਠਿਆਂ ਕੀਤਾ ਗਿਆ। ਅਸੀਂ ਇਸ ਇਕੱਠੇ ਹੋਏ ਸਮਾਜਾਂ ਨੂੰ ਫਿਰ ਤੀਲਾ ਤੀਲਾ ਬਣਾ ਦਈਏ, ਜਾਂ ਕਹਿ ਦਈਏ ਕਿ ਗੁਰਬਾਣੀ ਦੇ ਜ਼ਰੀਏ ਤੀਲਾ ਤੀਲਾ ਹੋਏ ਸਮਾਜਾਂ ਨੂੰ ਇਕੱਠਾ ਕੀਤਾ ਗਿਆ ਔਰ ਅਸੀਂ ਇਕੱਠੇ ਕੀਤੇ ਇਹਨਾਂ ਸਮਾਜਾਂ ਨੂੰ ਫਿਰ ਤੀਲਾ ਤੀਲਾ ਬਣਾ ਦਈਏ, ਕਿਉਂਕਿ ਤੀਲੇ ਤੀਲੇ ਨੂੰ ਤੋੜਨਾ ਜਿਹੜਾ ਹੈ ਉਹ ਆਸਾਨ ਹੈ, ਸੌਖਾ ਹੈ। ਤੇ ਕਿਸੇ ਹੱਦ ਤੱਕ ਉਹ ਕਾਮਯਾਬ ਵੀ ਹੋਏ, ਕਿਸੇ ਹੱਦ ਤੱਕ ਕਾਮਯਾਬ ਵੀ ਹੋਏ। ਤੇ ਉਹਨਾਂ ਦੀ ਕਾਮਯਾਬੀ ਕਿੱਥੇ ਦਿਸਦੀ ਹੈ? ਉਹਨਾਂ ਦੀ ਕਾਮਯਾਬੀ ਸਾਨੂੰ ਦਿਸਦੀ ਹੈ ਉਸ ਵਕਤ ਉਹਨਾਂ ਦੀ ਕਾਮਯਾਬੀ ਨਜ਼ਰ ਆਉਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਆਹ ਰਾਮਗੜੀਆਂ ਦਾ ਗੁਰਦੁਆਰਾ, ਆਹ ਫਲਾਨੀ ਜਾਤੀ ਦਾ ਗੁਰਦੁਆਰਾ, ਆਹ ਢਮਕੀ ਜਾਤੀ ਦਾ ਗੁਰਦੁਆਰਾ, ਆਹ ਫਲਾਨੀ ਜਾਤੀ ਦਾ ਗੁਰਦੁਆਰਾ, ਫਲਾਨੀ ਜਾਤੀ ਦਾ ਗੁਰਦੁਆਰਾ। ਗੁਰਦੁਆਰਾ ਗੁਰੂ ਦਾ ਹੁੰਦਾ ਹੈ, ਕਿਸੇ ਜਾਤੀ ਦਾ ਨਹੀਂ ਹੁੰਦਾ ਹੈ। ਲੇਕਿਨ ਅਸੀਂ ਜਾਤੀਆਂ ਦੇ ਗੁਰਦੁਆਰੇ ਜਿਹੜੇ ਆ ਬਣਾਏ। ਇਹ ਉਸ ਸੋਚ ਦਾ ਗੁੱਝੇ ਰੂਪ ਦੇ ਵਿੱਚ ਕੀਤਾ ਹਮਲਾ ਜਿਹੜਾ ਹੈ ਸਾਨੂੰ ਪ੍ਰਤੱਖ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਪ੍ਰਤੱਖ ਉਹ ਸੋਚ ਬੜੀ ਖੂੰਖਾਰ, ਬੜੀ ਭਿਆਨਕ ਹੈ ਔਰ ਲੰਬਾ ਸੋਚ ਕੇ ਚੱਲਦੀ ਹੈ। ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਹੈ ਉੱਥੋਂ ਸੋਚਣਾ ਸ਼ੁਰੂ ਕਰਦੇ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਮੁੱਠੀ 'ਚ ਰਹੀਏ। ਕੁਛ ਸਿੱਖ ਸਮਾਜ ਦੇ ਅੰਦਰ ਹੀ ਐਸੇ ਲੋਕ ਜਿਨ੍ਹਾਂ ਦੀ ਗਰਦਨ ਦੇ ਵਿੱਚ ਉੱਚ ਜਾਤੀ ਅਭਿਮਾਨ ਦਾ ਕਿੱਲਾ ਸੀ, ਤੇ ਕੁਝ ਸਾਡੀਆਂ ਨਾ ਸਮਝੀਆਂ ਕਿ ਉਸ ਸੋਚ ਨੇ ਸਾਨੂੰ ਜਿਹੜਾ ਹੈ ਅਲੱਗ ਅਲੱਗ ਕਰਨ ਦੇ ਵਿੱਚ ਕਿਸੇ ਹੱਦ ਤੱਕ ਕਾਮਯਾਬੀ ਹਾਸਲ ਕੀਤੀ। ਪਰ ਇੱਕ ਗੁਰਬਾਣੀ ਦਾ ਬਚਨ ਹੈ, ਉਹ ਕਹਿੰਦੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰੇ। ਜੰਗਲ ਦੀ ਅੱਗ ਜਿਹੜੀ ਹੈ ਸਾਰੇ ਜੰਗਲ ਨੂੰ ਰਾਖ ਕਰ ਦਿੰਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਉਸ ਰਾਖ ਦੇ ਥੱਲੇ ਹਰਾ ਬੂਟ ਜਿਹੜਾ ਹੈ ਉਹ ਰਹਿ ਜਾਂਦਾ ਹੈ। ਤੇ ਉਹ ਹਰਾ ਬੂਟ ਜਿਹੜਾ ਹੈ ਉਹ ਮੁੜ ਜਿਹੜਾ ਹਰਿਆ ਭਰਿਆ ਜੰਗਲ ਜਿਹੜਾ ਹੈ ਉਹ ਬਣ ਜਾਂਦਾ ਹੈ। ਜੇ ਉਹ ਸੋਚ ਹੈ ਜਿਹੜੀ ਸਾਨੂੰ ਵੰਡਣਾ ਚਾਹੁੰਦੀ ਹੈ, ਤੇ ਇਸ ਧਰਤੀ ਦੇ ਵਿੱਚ ਸਾਡੇ ਹੀ ਲੋਕਾਂ ਦੇ ਵਿੱਚੋਂ ਕੁਝ ਐਸੀ ਸੋਚ ਵੀ ਰੱਖਦੇ ਹੈ ਜਿਹੜੇ ਉਸ ਸੋਚ ਦੇ ਛੜਯੰਤਰਾਂ ਨੂੰ ਨਾਕਾਮਯਾਬ ਕਰਦੇ ਹੈ, ਨਾਕਾਮਯਾਬ ਕਰਦੇ ਹੈ। ਔਰ ਇਹਨੇ ਕਿ ਇੱਕ ਪਾਸੇ ਸਾਰੇ ਪਾਸਿਆਂ 'ਚੋਂ ਐਸੇ ਮਹਾਨ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਪੁਰਖ ਪੈਦਾ ਹੋਏ ਅੱਜ ਵੀ, ਜਿਹੜੇ ਉਸ ਸੋਚ ਨੂੰ ਖੁੰਡੀ ਕਰਦੇ ਹੈ ਔਰ ਖੁੰਡੀ ਕਰ ਰਹੇ ਹੈ। ਔਰ ਮੈਨੂੰ ਮਾਣ ਹੈ ਔਰ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਉਹਨਾਂ ਦੇ ਯਤਨਾਂ ਨੂੰ ਹਮੇਸ਼ਾ ਜਿਹੜਾ ਹੈ ਵਾਹਿਗੁਰੂ ਕਾਮਯਾਬੀ ਬਖਸ਼ੇ, ਜਿਹੜੇ ਉਸ ਫੁੱਟ ਪਾਊ ਸੋਚ ਨੂੰ ਜਿਹੜਾ ਹੈ ਉਹ ਖੁੰਡੀ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਨੇ। ਕੋਈ ਫਰਕ ਨਹੀਂ ਹੈ ਸਾਡੇ ਅੰਦਰ, ਕੋਈ ਫਰਕ ਨਹੀਂ ਹੈ ਕਿ ਹੈ ਨਾ।
ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ, ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਨਕ ਬਖਾਨੀ। ਅਸੀਂ ਸਾਰੇ ਇੱਕ ਚੀਜ਼ ਤੋਂ ਹੀ ਪੈਦਾ ਹੋਏ ਹਾਂ, ਇੱਕ ਤੋਂ। ਹੁਣ ਸੋਨੇ ਦੇ ਗਹਿਣੇ ਜਿਹੜੇ ਇੱਕ ਡਲੀ ਤੋਂ ਬਣਦੇ ਆ, ਇੱਕ ਡਲੀ ਤੋਂ। ਆਕਾਰ ਵੱਖਰੇ ਵੱਖਰੇ ਹੋ ਜਾਂਦੇ ਆ, ਨਾਂ ਵੱਖਰੇ ਵੱਖਰੇ ਹੋ ਜਾਂਦੇ ਆ, ਔਰ ਕਰਮ ਵੀ ਵੱਖਰੇ ਵੱਖਰੇ ਹੋ ਜਾਂਦੇ, ਲੇਕਿਨ ਬਣੇ ਕਿੱਥੋਂ ਹੈ? ਇੱਕ ਡਲੀ ਤੋਂ, ਇੱਕੋ ਚੀਜ਼ ਤੋਂ, ਇੱਕੋ ਡਲੀ ਤੋਂ ਬਣੇ ਆ। ਇੱਕੋ ਡਲੀ ਤੋਂ ਵਾਲੀ ਬਣ ਗਈ ਹੈ, ਇੱਕੋ ਡਲੀ ਤੋਂ ਕੋਕਾ ਬਣ ਗਿਆ, ਇੱਕੋ ਡਲੀ ਤੋਂ ਹਾਰ ਬਣ ਗਿਆ। ਨਾਂ ਵੱਖਰੇ ਵੱਖਰੇ ਹੋ ਗਏ, ਕੋਈ ਕੋਕਾ ਹੋ ਗਿਆ, ਕੋਈ ਵਾਲੀ ਹੋ ਗਈ, ਕੋਈ ਹਾਰ ਹੋ ਗਿਆ। ਆਕਾਰ ਵੀ ਵੱਖਰੇ ਵੱਖਰੇ ਹੋ ਗਏ, ਕੋਕੇ ਦਾ ਆਕਾਰ ਵੱਖਰਾ ਹੈ, ਵਾਲੀ ਦਾ ਆਕਾਰ ਵੱਖਰਾ ਹੈ, ਹਾਰ ਦਾ ਆਕਾਰ ਵੱਖਰਾ ਹੈ, ਔਰ ਪਹਿਨੇ ਵੀ ਵੱਖਰੇ ਵੱਖਰੇ ਅੰਗਾਂ 'ਤੇ ਜਾਂਦੇ ਆ, ਕਰਮ ਵੀ ਉਹਨਾਂ ਦੇ ਵੱਖਰੇ ਵੱਖਰੇ ਹੈ, ਲੇਕਿਨ ਬਣੇ ਕਿੱਥੋਂ ਹੈ? ਇੱਕ ਡਲੀ ਤੋਂ। ਮਿੱਟੀ ਦੇ ਬਰਤਨ ਬਣਾਉਣ ਵਾਲਾ ਜਿਹੜਾ ਹੈ ਉਹ ਇੱਕੋ ਜਗ੍ਹਾ ਤੋਂ ਮਿੱਟੀ ਪੁੱਟਦਾ, ਇੱਕੋ ਪਾਣੀ ਦੇ ਨਾਲ ਗੁੰਨਦਾ, ਅਤੇ ਉਸ ਗੁੰਨੀ ਹੋਈ ਮਿੱਟੀ ਦੇ ਵਿੱਚੋਂ ਘੜਾ ਬਣਾ ਦਿੰਦਾ, ਕੁੱਜਾ ਬਣਾ ਦਿੰਦਾ, ਦੀਵਾ ਬਣਾ ਦਿੰਦਾ, ਮਸਾਲ ਬਣਾ ਦਿੰਦਾ, ਚਾਟੀ ਬਣਾ ਦਿੰਦਾ। ਹੁਣ ਨਾਂ ਵੱਖਰੇ ਵੱਖਰੇ ਹੋ ਜਾਂਦੇ ਆ, ਆਕਾਰ ਵੱਖਰੇ ਵੱਖਰੇ ਹੋ ਜਾਂਦੇ ਆ, ਕਰਮ ਵੱਖਰੇ ਵੱਖਰੇ ਹੋ ਜਾਂਦੇ ਆ, ਲੇਕਿਨ ਮਿੱਟੀ ਜਿਹੜੀ ਹੈ ਉਹ ਇੱਕ ਹੀ ਹੁੰਦੀ ਹੈ। ਇਹੋ ਹੀ ਸਾਨੂੰ ਸਮਝਾਇਆ ਗੁਰਬਾਣੀ ਨੇ ਕਿ ਸਾਡਾ ਅਸਲਾ ਜਿਹੜਾ ਹੈ ਉਹ ਇੱਕ ਹੈ। ਠੀਕ ਹੈ, ਸੁਭਾਅ ਵੱਖਰੇ ਵੱਖਰੇ ਹੈ, ਅਸੀਂ ਕੰਮ ਵੱਖਰੇ ਵੱਖਰੇ ਕਰਦੇ ਹਾਂ, ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਲੇਕਿਨ ਸਾਡਾ ਅਸਲਾ ਜਿਹੜਾ ਹੈ ਉਹ ਇੱਕ ਹੈ। ਅੰਤ ਦੇ ਵਿੱਚ ਮੈਂ ਮਹਾਂਪੁਰਖਾਂ ਦਾ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਾਂਗਾ। ਹੁਣ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਛੜਯੰਤਰ ਇਹ ਰਚਿਆ ਜਾਂਦਾ ਹੈ ਕਿ ਇਹ ਜਿਹੜੇ ਮਹਾਂਪੁਰਖ ਸੀ ਬੇਸਿਕਲੀ ਜਿਹੜੇ ਹੈ ਇਹ ਉੱਚ ਜਾਤ ਦੇ ਸੀ, ਲੇਕਿਨ ਕਿਸੇ ਨਾ ਕਿਸੇ ਦੂਸ਼ਿਤ ਕਰਮ ਕਰਕੇ ਇਹ ਦੂਸ਼ਿਤ ਜੂਨੀਆਂ ਦੇ ਵਿੱਚ ਆ ਗਏ। ਅਤੇ ਇਹ ਕਹਾਣੀਆਂ ਘੜੀਆਂ ਕਦੋਂ ਜਾਂਦੀਆਂ ਨੇ? ਘੜੀਆਂ ਜਾਂਦੀਆਂ ਨੇ ਇਹਨਾਂ ਮਹਾਂਪੁਰਖਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਕੋਈ 5, 10, 15, 20 ਸਾਲ ਬਾਅਦ, ਜਦੋਂ ਲੋਕ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਮਨੂ ਸਿਮਰਤੀ ਕਹਿੰਦੀ ਹੈ, ਧਰਮ ਗ੍ਰੰਥ ਕਹਿੰਦੇ ਹੈ ਕਿ ਸ਼ੂਦਰ ਭਗਤੀ ਨਹੀਂ ਕਰ ਸਕਦਾ, ਭਗਤੀ ਦਾ ਅਧਿਕਾਰ ਨਹੀਂ, ਫਿਰ ਇਹ ਭਗਤ ਕਿਵੇਂ ਹੋ ਗਏ? ਤਾਂ ਇਸ ਚੀਜ਼ ਨੂੰ ਰੋਕਣ ਵਾਸਤੇ ਜਾਂ ਇਸ ਸਵਾਲ ਦਾ ਉੱਤਰ ਦੇਣ ਵਾਸਤੇ ਇਹ ਕਹਾਣੀਆਂ ਘੜੀਆਂ ਜਾਂਦੀਆਂ। ਪਰ ਜਦੋਂ ਇਹ ਮਹਾਂਪੁਰਖ ਧਰਤੀ 'ਤੇ ਸੀ ਉਸ ਵਕਤ ਇਹਨਾਂ ਨੂੰ ਇਹਨਾਂ ਦਾ ਜਾਤੀ ਨਾਮ ਲੈ ਕੇ ਜਿਹੜਾ ਹੈ ਉਹ ਤਿਰਸਕਾਰਿਆ ਜਾਂਦਾ ਹੈ, ਭੰਡਿਆ ਜਾਂਦਾ ਹੈ। ਅਤੇ ਇੱਕ ਸ਼ਬਦ ਦੇ ਵਿੱਚ ਉਹ ਕਹਿੰਦੇ ਨੇ ਮਹਾਂਪੁਰਖ, ਕਹਿੰਦੇ ਨਾਗਰ ਜਨਾ, ਐ ਨਗਰ ਦੇ ਲੋਗੋ ਸੁਣੋ ਧਿਆਨ ਦੇ ਨਾਲ, ਮੇਰੀ ਜਾਤ ਵਿਖਿਆਤ ਚਮਾਰੰਗ। ਹਾਂ, ਮੇਰੀ ਜਾਤੀ ਚਮਿਆਰ ਹੈ। ਸੁਣੋ ਕਹਿੰਦੇ ਕੰਨ ਖੋਲ ਕੇ, ਕਿਉਂਕਿ ਉਹ ਟੌਂਚ ਕਰਦੇ ਸੀ ਨਾ, ਭੰਡਦੇ ਸੀ। ਜਿਵੇਂ ਭਗਤ ਕਬੀਰ ਜੀ ਨੂੰ ਪਤਾ ਕੀ ਕਹਿੰਦੇ ਸੀ ਉੱਚ ਜਾਤੀ ਦੇ ਪੰਡੇ? ਉਹ ਕਹਿੰਦੇ ਸੀ ਕੂਟਣ। ਕੂਟਣ ਦਾ ਸੰਸਕ੍ਰਿਤ ਦੇ ਵਿੱਚ ਅਰਥ ਹੈ ਨੀਚ। ਜਦੋਂ ਇਹਨਾਂ ਨੇ ਗੁਜ਼ਰਨਾ ਨਾ ਤੇ ਪੰਡਿਆਂ ਨੇ ਕਹਿਣਾ ਕੂਟਣ, ਤੇ ਭਗਤ ਕਬੀਰ ਜੀ ਪਤਾ ਕੀ ਕਹਿੰਦੇ? ਮਹਾਂਪੁਰਖ ਕਹਿੰਦੇ ਉਹ ਗੱਲ ਸੁਣੋ, ਕਹਿੰਦੇ ਤੁਹਾਡੀ ਨਜ਼ਰ ਦੇ ਵਿੱਚ, ਤੁਹਾਡੀ ਭਾਸ਼ਾ ਦੇ ਵਿੱਚ ਕੂਟਣ ਦਾ ਅਰਥ ਨੀਚ ਹੈ, ਪਰ ਮੇਰੀ ਦ੍ਰਿਸ਼ਟੀ ਦੇ ਵਿੱਚ ਕੂਟਣ ਦਾ ਅਰਥ ਹੈ ਕੁੱਟਣ ਵਾਲਾ। ਹਾਂ, ਮੈਂ ਆਪਣਾ ਮਨ ਕੁੱਟਦਾ, ਇਸ ਕਰਕੇ ਮੈਂ ਕੂਟਣਾ। ਜਿੰਨਾ ਮਰਜ਼ੀ ਕਹੋ, ਕੂਟਣ ਸੋਏ ਜੋ ਮਨ ਕਉ ਕੂਟੈ। ਭਗਤ ਮਹਾਂਪੁਰਖ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕੂਟਣ ਸੋਏ ਜੋ ਮਨ ਕਉ ਕੂਟੈ। ਤੁਸੀਂ ਕਿਹਨੂੰ ਕੁੱਟਣ ਕਹਿੰਦੇ ਹੋ? ਰੱਖੀ ਫਿਰ ਉਹ ਕੱਢੀ ਜਾਓ ਅਰਥ ਵੀ ਕੂਟਣ ਦਾ ਅਰਥ ਨੀਚ ਹੁੰਦਾ, ਔਰ ਅਸੀਂ ਇਹਨਾਂ ਮਹਾਂਪੁਰਖਾਂ ਨੂੰ ਨੀਚ ਕਹਿੰਦੇ। ਕਹਿੰਦੇ ਸਾਡੀ ਨਜ਼ਰ ਦੇ ਵਿੱਚ ਕੂਟਣ ਦਾ ਅਰਥ ਜਿਹੜਾ ਹੈ ਉਹ ਮਨ ਨੂੰ ਕੁੱਟਣ ਵਾਲਾ, ਔਰ ਅਸੀਂ ਮਨ ਨੂੰ ਕੁੱਟਦੇ ਹਾਂ, ਇਸ ਕਰਕੇ ਸਾਨੂੰ ਕੋਈ ਗਿਲਾ ਨਹੀਂ ਹੈ, ਸਾਨੂੰ ਕੋਈ ਗੁੱਸਾ ਨਹੀਂ। ਜਿੰਨੀ ਮਰਜ਼ੀ ਜ਼ੁਬਾਨ ਆਪਣੀ ਗੰਦੀ ਕਰਨੀ ਹੈ ਕਰੋ। ਉਵੇਂ ਮਹਾਂਪੁਰਖ ਬਾਬਾ ਰਵਿਦਾਸ ਜੀ ਨੂੰ ਇਹਨਾਂ ਦੀ ਜਾਤੀ ਦਾ ਨਾਮ ਲੈ ਕੇ ਤਿਰਸਕਾਰ ਕਰਦੇ, ਤੇ ਉਹ ਕਹਿੰਦੇ ਨਾਗਰ ਜਨਾ, ਐ ਨਗਰ ਦੇ ਲੋਕੋ ਸੁਣੋ, ਮੇਰੀ ਜਾਤ ਵਿਖਿਆਤ ਚਮਾਰੰਗ। ਹਾਂ, ਕਹਿੰਦੇ ਹੈ ਜਾਤੀ ਮੇਰੀ ਚਮਾਰ, ਪਰ ਇੱਕ ਗੱਲ ਚੇਤੇ ਰੱਖਿਓ, ਕਹਿੰਦੇ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਮੇਰੇ ਹਿਰਦੇ ਦੇ ਵਿੱਚ ਉਸ ਪਰਮੇਸ਼ਵਰ ਦਾ ਨਾਮ ਸੰਭਾਲਿਆ ਹੋਇਆ ਹੈ, ਮੇਰੇ ਹਿਰਦੇ 'ਚ
उस परमात्मा का नाम संभालिया होया है जिसने सारे जगत नूं पैदा किया। जो मर्जी कही जाओ, सानूं कोई फर्क नहीं पैंदा। और आखिरी पंक्तियां दे विच बड़ी खूबसूरत गल वो लिखते हैं, कहते मेरी जात कुट बांडला ढोर ढवंता नित है बनारसी आस पासा। कहते ऐ सुनो, अज भी मेरी जाति दे लोग बनारस के बाहरले खित्तियां दे विच पशुआं दा चम जिहड़ा है वो लाउण दा ते ढोण दा काम करते हैं। देखो कितनी कमाल की गल की महापुरखा ने। मेरी जात कुट बांडला ढोर ढवंता, मेरी जिहड़ी जाति दे लोग अज भी कट्टण वड्ढण दा काम करते हैं। किसनूं? पशुआं नूं। ढोर ढवंता, और ढोंदे ने पशुआं नूं। और नाल ही जिक्र करते हैं, मेरी जात कुट बांडला ढोर ढवंता नित है बनारसी आस पासा। अब विपर प्रधान तेह करह डंडौत तेरे नाम शरणाए रविदास दासा। दूजी पंक्ति वो अकाल पुरख नूं संबोधन करते हैं। कहते पर हे वाहिगुरु, मैनू कहते ये ब्राह्मण जिहड़ा है वो सिर नवा के नमस्कार करता है। हालांकि मैं भी उसे जाति का, जिस जाति के मेरे ये भाईचारे के लोग ने जिहड़े अज भी बनारस के आस पास पशुओं का चम ढोंदे ने, जुत्तियां बनाउंदे ने, लेकिन मेरे अगे ये ब्राह्मण जिहड़ा है वो झुकदा है। अब विपर प्रधान तेह करै डंडौत। पता है क्यों? कहते तेरे नाम शरणाए रविदास दासा, क्योंकि मैं तेरी शरण दे विच आ गया, मैं तेरे आसरे हो गया। तो ये जिहड़ा शब्द है ना, ये सानू इस गल लई प्रेरित करता है कि असी भी उस एक वाहिगुरू की शरण दे विच चले जाइए जिसने सानू सबना नू पैदा किया। जे असी उस एक दी शरण दे विच चले गए, असी एक हो जाएंगे। गुरु नानक साहब ने सबना नू एक करन वास्ते एक दे नाल जोड़िया, ते ओ एक केड़ा? ओ एक ओ जिहड़ा सारे संसार दे विच व्यापक है, जिहदी गल सारे ही महापुरखों ने की है, जिन्हों वाहिगुरु अकाल पुरख पता नहीं किन्ने नाम ने बाणी च लिखे उस एक दे। किते उसनूं मुरारी कहा, किते उसनूं माधव कहा। अर्थ बेशक सनातनी लए ने गुरु साहब ने उस अकाल पुरख लई, लेकिन उन्होंने अर्थ जिहड़े ने अपने दिते ने। और अर्थ जिहड़ा सारियां दा वो एक वाहिगुरू, एक अकाल पुरख। ये सानू उपदेश दिता है महापुरखों ने, ये सानू सिक्ख्या दिती है इन्हां महापुरखों ने, जिन्हां दी याद दे विच असीं जुड़दे हां। साडी शक्ति तां ही कायम रहेगी जे असीं शक्ति नूं जिहड़ा है वो इकट्ठा रखांगे। तो जे असी शक्ति नूं विखंडित कर दिता, अलग अलग कर दिता, तो फिर असी उसे दलदल दे विच डिग पावांगे जिस दलदल दे विचों महापुरखों ने सानू बाहर कढ के धोया सवारिया है। धोया सवारिया असी उस दलदल दे विच नहीं जाना, क्योंकि उसे दलदल दे विच गंदगी दे कीट जाते हैं। असी नहीं जाते, असी नहीं जाना है। गंदगी दे कीड़े नूं गंदगी चों बाहर कढ के धो के साफ सुथरा करके प्लेट च रख दईए ना, वो फिर मुड़ मुड़ के रींग रींग के गंदगी च चला जाता है। पर असी इंसान हाँ, जिन्हां महापुरखों ने सानू गंदगी चों कढिया, उस गंदगी वल असी झाकना तक नहीं है, देखना तक नहीं है, क्योंकि असी कीट नहीं हाँ, असी इंसान है उस वाहिगुरू दे पैदा किए हुए, उस परम पिता दे पैदा किए हुए। अंत दे विच मैं श्री गुरु रविदास टैंपल सैक्रामेंटो की जिन्नी भी प्रबंधक कमेटी इत्थे बैठी है, मैं सबना दा तह दिलों धन्नवाद करदा। मेरे नाल बहुत सारे पतवंते आए ने, मैं उन्हां दा भी बहुत बहुत धन्नवाद करदा। और सारी संगत जिन्हां ने सुनिया, मैं उन्हां दा भी बहुत बहुत धन्नवाद करदा। वाहिगुरू जी का खालसा, वाहिगुरू जी की फतेह।